बहुत छेती टैग लगा दिते जाते हैं, बहुत छेती असैसमेंट कर ली जाती है कि ये दलाल मीडिया है, ये विकाऊ मीडिया है, विकिया होया पत्रकार है। की लगता जिम्मेवार कौन है? ये मीडिया थोनू सैटिस्फाई करने लिए नहीं बैठी हुई। अगर मीडिया ने चंगा काम करना है, एंटी मोदी चलो तो उन्होंने लैफ्ट कहा जाता है, ਜਿਹੜੇ मोदी ਨੂੰ कवर करन ਤਾਂ ਉਹਨਾਂ ਨੂੰ ਗੋਦੀ मीडिया कहा ਜਾਂਦਾ है। लगता है बैलेंस तरीके ਨਾਲ पत्रकारिता हो रही है कि जिथे ਤੁਹਾਨੂੰ कोई गलत काम दिखे ਉਹਦੇ ਐਂਟੀ ਤੁਸੀਂ ਰਹੋ ਤੇ ਉਹਦੇ 'ਚ ਤੁਹਾਨੂੰ बैलेंस बनाने की कोई लोड़ नहीं है। अमरिंदर ਨੂੰ हटा के सिद्धू ਨੂੰ ਲਾਣਾ ਹੈਗਾ ਤੇ ਸਿੱਧੂ ਨੂੰ ਕਿਉਂ ਅਸੀਂ ਚੀਫ ਮਿਨਿਸਟਰ ਬਣਾਈਏ? पंजाब ਦੇ ਵਿੱਚ ਲੱਗਦਾ ਕਿ ਜੋ ਸਿੱਧੂ ਨੂੰ ਕਰਵਾਇਆ ਜਾ ਰਿਹਾ ਥਾਪੜਾ ਦਾ ਪਿੱਛੋਂ ਹਾਈ ਕਮਾਂਡ ਦਾ ਹੀ ਹੈਗਾ। ਤੁਸੀਂ ਹਰੀਸ਼ ਰਾਵਤ ਨੂੰ ਅਪਾਇੰਟ ਕੀਤਾ ਸੀ, ਹਰੀਸ਼ ਰਾਵਤ ਹੁਣ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਨੂੰ ਆਪ ਜਿਹੜੇ ਇੰਪੋਰਟੈਂਟ ਪੋਲੀਟੀਕਲ ਇਸ਼ੂਜ਼ ਨੂੰ ਕਿਸ ਤਰ੍ਹਾਂ ਸਾਹਮਣਾ ਹੈਗਾ ਸਮਝ ਨਹੀਂ ਆਉਂਦੀ ਹੈਗੀ। ਪੱਤਰਕਾਰਤਾ ਨੂੰ ਲੋਕਤੰਤਰ ਦਾ ਚੌਥਾ ਸਤੰਭ ਕਿਹਾ ਜਾਂਦਾ ਹੈ। ਪੱਤਰਕਾਰ ਦਾ ਕੰਮ ਹੁੰਦਾ ਹੈ ਕਿ ਸਰਕਾਰ ਤੇ ਲੋਕਾਂ ਦੇ ਵਿਚਕਾਰ ਜੋ ਬ੍ਰਿਜ ਹੈ ਉਸ ਦਾ ਕੰਮ ਕੀਤਾ ਜਾਵੇ। ਪਰ ਅੱਜ ਦੇ ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਕਿ ਲੋਕਤੰਤਰ ਦਾ ਇਹ ਚੌਥਾ ਸਤੰਭ ਵੀ ਹਿਲਦਾ ਹੋਇਆ ਨਜ਼ਰ ਆ ਰਿਹਾ ਹੈ। ਇੱਦਾਂ ਕਿਉਂ ਹੋਇਆ, ਇਹੋ ਜਿਹੇ ਹਾਲਾਤ ਕਿਉਂ ਬਣੇ, ਇਸ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਸੀਨੀਅਰ ਪੱਤਰਕਾਰ ਹਰਤੋਸ਼ ਬਾਲੋਣੀ ਮੌਜੂਦ ਨੇ। ਬਹੁਤ ਵੱਡਾ ਐਕਸਪੀਰੀਅੰਸ ਇਹਨਾਂ ਦਾ, ਗੱਲਬਾਤ ਇਹਨਾਂ ਨਾਲ ਸ਼ੁਰੂ ਕਰਦੇ ਹਾਂ। ਲੱਗਦਾ ਕਿ ਪੱਤਰਕਾਰਤਾ ਅੱਜ ਦੇ ਸਮੇਂ ਦੇ ਵਿੱਚ ਹੋ ਰਹੀ ਹੈ ਜਾਂ ਫਿਰ ਸਿਰਫ ਜੋ PR ਹੈ ਉਹੀ ਕੀਤੀ ਜਾ ਰਹੀ? ਦੇਖੋ, ਖਾਸ ਤੌਰ 'ਤੇ ਵੱਡੇ ਪੱਧਰ 'ਤੇ PR ਦਾ ਹੀ ਕੰਮ ਹੋ ਰਿਹਾ ਹੈਗਾ। ਕਈ ਸੰਸਥਾਵਾਂ ਹੈਗੀਆਂ ਨੇ, ਇੰਡੀਵਿਜੂਅਲ ਸੰਸਥਾਵਾਂ, ਇੰਡੀਵਿਜੂਅਲ ਜਰਨਲਿਸਟ ਜਿਹੜਾ ਆਪਣਾ ਕੰਮ ਕਰ ਰਹੇ, ਬਟ ਬਾਕੀ ਵੱਡੇ ਤੌਰ 'ਤੇ ਮੀਡੀਆ ਇੱਕ ਸਰਕਾਰ ਦੀ ਏਜੰਸੀ ਬਣ ਗਈ ਹੈਗੀ ਹੈ। ਮੀਡੀਆ ਸਰਕਾਰ ਦੀ ਏਜੰਸੀ ਬਣ ਗਈ ਹੈ। ਜਿੱਥੇ ਪਹਿਲਾਂ ਮੀਡੀਆ ਤੋਂ ਬੜੀਆਂ ਆਸਾਂ ਹੁੰਦੀਆਂ ਸੀਗੀਆਂ, ਹੁਣ ਲੋਕਾਂ ਦਾ ਵੀ ਵਿਸ਼ਵਾਸ ਮੀਡੀਆ ਦੇ ਉੱਤੋਂ ਦੀ ਘਟਦਾ ਜਾ ਰਿਹਾ ਹੈਗਾ। ਬਹੁਤ ਛੇਤੀ ਟੈਗ ਲਗਾ ਦਿੱਤੇ ਜਾਂਦੇ ਨੇ, ਬਹੁਤ ਛੇਤੀ ਅਸੈਸਮੈਂਟ ਕਰ ਲਿੱਤੀ ਜਾਂਦੀ ਹੈ ਕਿ ਇਹ ਦਲਾਲ ਮੀਡੀਆ ਹੈ, ਇਹ ਵਿਕਾਊ ਮੀਡੀਆ ਹੈ, ਵਿਕਿਆ ਹੋਇਆ ਪੱਤਰਕਾਰ ਹੈਗਾ। ਕੀ ਲੱਗਦਾ ਜ਼ਿੰਮੇਵਾਰ ਕੌਣ ਹੈ? ਪੱਤਰਕਾਰ ਆਪ ਜ਼ਿੰਮੇਵਾਰ ਨੇ, ਆਰਗੇਨਾਈਜੇਸ਼ਨ ਜ਼ਿੰਮੇਵਾਰ ਨੇ, ਜਾਂ ਫਿਰ ਜੋ ਹਾਲਾਤ ਇਹੋ ਜਿਹੇ ਬਣ ਗਏ ਨੇ ਉਹਨਾਂ ਨੇ ਉਹਨਾਂ ਨੂੰ ਜ਼ਿੰਮੇਵਾਰ ਬਣਾ ਦਿੱਤਾ? ਦੇਖੋ, ਇਹੋ ਜਿਹੀ ਵੱਡੀ ਚੀਜ਼ ਲਈ ਇੱਕ ਰਿਸਪੌਂਸਿਬਿਲਿਟੀ ਫਿਕਸ ਕਰਨੀ ਔਖੀ ਹੈਗੀ ਹੈ, ਪਰ ਸਿੱਧੀ ਗੱਲ ਇਹ ਹੈਗੀ ਹੈ ਕਿ ਅਸੀਂ ਇੱਕ ਮਾਹੌਲ ਬਣਾਇਆ ਹੈ ਜਿੱਥੇ ਮੀਡੀਆ ਕਾਰਪੋਰੇਟ ਜਾਂ ਵੱਡੇ ਪੈਸੇ ਨਾਲ ਚੱਲਦੀ ਹੈਗੀ ਹੈ। ਉਹ ਪੈਸੇ ਸਿਰਫ ਕਾਰਪੋਰੇਟ ਦਾਇਰੇ ਤੋਂ ਆ ਸਕਦੇ ਹੈਗੇ। ਕਾਰਪੋਰੇਟ ਦਾਇਰੇ ਸਰਕਾਰ 'ਤੇ ਡਿਪੈਂਡੈਂਟ ਰਹਿੰਦੇ ਹੈਗੇ ਅਤੇ ਇਸ ਡਿਪੈਂਡੈਂਸ ਕਰਕੇ ਸਰਕਾਰ ਮਾਲਿਕਾਂ ਨਾਲ ਸਿੱਧੇ ਤਾਲੁਕਾਤ ਰੱਖਦੀ ਹੈਗੀ ਹੈ ਅਤੇ ਮਾਲਿਕਾਂ 'ਤੇ ਪ੍ਰੈਸ਼ਰ ਪਾ ਕੇ ਸਿੱਧੇ ਇੰਡੀਵਿਜੂਅਲ ਜਰਨਲਿਸਟ ਨੂੰ ਚੁੱਪ ਕਰਾਇਆ ਜਾਂਦਾ ਹੈਗਾ ਅਤੇ ਲਿਟਰਲੀ ਏਜੰਸੀ ਬਣ ਜਾਂਦੇ ਹੈਗੇ ਸਰਕਾਰ ਦੇ, ਕਿਉਂਕਿ ਮਾਲਿਕ ਦੇ ਹੋਰ ਵੀ ਕਈ ਕੰਮ ਹੁੰਦੇ ਹੈਗੇ ਜਿਹੜੇ ਸਰਕਾਰ ਤੋਂ ਨਿਕਲਦੇ ਹੈਗੇ। ਇਹਦੇ 'ਚ ਪਬਲਿਕ ਜਿਹੜੀ ਕਹਿੰਦੀ ਹੈਗੀ ਹੈ ਕਿ ਸਾਨੂੰ ਪ੍ਰੋਬਲਮ ਹੈਗੀ ਹੈ ਮੀਡੀਆ ਨਾਲ, ਪਬਲਿਕ ਦੀ ਵੀ ਕੁਝ ਗਲਤੀ ਹੈਗੀ ਹੈ। ਜਿਹੜੀ ਮੀਡੀਆ ਨੂੰ ਗਾਲਾਂ ਕੱਢਦੇ ਨੇ, ਜਿਹੜੇ ਮੀਡੀਆ ਦੇ ਉੱਤੇ ਸਵਾਲ ਉੱਠਦੇ, ਉਹੀ ਮੀਡੀਆ ਉਹ ਔਨ ਕਰਕੇ ਵੇਖਦੇ ਵੀ ਹੈਗੇ, ਸਬਸਕ੍ਰਾਈਬ ਵੀ ਕਰਦੇ। ਅਗਰ ਤੁਸੀਂ ਖੁਦ ਨਹੀਂ ਚੂਜ਼ ਕਰੋਗੇ, ਉਹ ਮੀਡੀਆ ਚੈਨਲ ਨੂੰ ਬੰਦ ਕਰਕੇ ਨਹੀਂ ਰੱਖੋਗੇ, ਉਹ ਅਖਬਾਰ ਜਿਹੜਾ ਤੁਹਾਨੂੰ ਠੀਕ ਨਹੀਂ ਲੱਗਦਾ ਉਹਨੂੰ ਸਬਸਕ੍ਰਾਈਬ ਕਰਨਾ ਬੰਦ ਨਹੀਂ ਕਰੋਗੇ ਅਤੇ ਖੁਦ ਨਹੀਂ ਲੱਭਦੇ ਕਿ ਇੱਥੇ ਸਪੋਰਟ ਕਰਨਾ ਚਾਹੀਦਾ। ਜਦੋਂ ਮੈਂ ਕਹਿ ਰਿਹਾ ਕਿ ਮੀਡੀਆ ਨੂੰ ਸਪੋਰਟ ਕਰਨਾ ਚਾਹੀਦਾ, ਜਿਹੜੇ ਤੁਹਾਨੂੰ ਚੰਗੀ ਮੀਡੀਆ ਲੱਗਦੀ ਹੈ, ਉਹਦਾ ਇਹ ਮਤਲਬ ਨਹੀਂ ਹੈਗਾ ਕਿ ਮੀਡੀਆ ਉਹਨੂੰ ਸਪੋਰਟ ਕਰੋ ਜਿਹਦੇ ਨਾਲ ਤੁਸੀਂ ਅਗਰੀ ਕਰਦੇ ਹੋ। ਮੀਡੀਆ ਤੁਹਾਨੂੰ ਉਹ ਸਪੋਰਟ ਕਰਨੀ ਚਾਹੀਦੀ ਹੈ ਜਿਹੜਾ ਜਰਨਲਿਸਟਿਕ ਕੰਮ ਚੱਜ ਨਾਲ ਜਰਨਲਿਸਟਿਕਲੀ ਕਰਦੀ ਹੈਗੀ ਹੈ, ਨਹੀਂ ਤਾਂ ਉਹ ਦੋ ਧੜਿਆਂ ਦੀ ਗੱਲ ਹੋ ਜਾਂਦੀ ਹੈ। ਮੈਨੂੰ ਇਹਦੀ ਗੱਲ ਚੰਗੀ ਲੱਗਦੀ ਹੈ ਤਾਂ ਮੈਂ ਇਹਨੂੰ ਪੈਸਾ ਦਊਂਗਾ, ਇਹਦੀ ਗੱਲ ਚੰਗੀ ਨਹੀਂ ਲੱਗਦੀ ਹੈ ਇੱਥੇ ਪੈਸੇ ਨਹੀਂ ਦਊਂਗਾ। ਗੱਲ ਉਹ ਨਹੀਂ ਹੈਗੀ ਹੈ। ਮੀਡੀਆ ਤੁਹਾਨੂੰ ਸੈਟਿਸਫਾਈ ਕਰਨ ਲਈ ਨਹੀਂ ਬੈਠੀ ਹੋਈ। ਅਗਰ ਮੀਡੀਆ ਨੇ ਚੰਗਾ ਕੰਮ ਕਰਨਾ ਹੈ, ਅਗਰ ਮੀਡੀਆ ਚੰਗੀ ਮੀਡੀਆ ਹੈ ਤਾਂ ਕਈ ਵਾਰੀ ਤੁਹਾਨੂੰ ਵੀ ਉਹ ਗੱਲ ਚੰਗੀ ਨਹੀਂ ਲੱਗੂਗੀ, ਪਰ ਤੁਹਾਨੂੰ ਦੇਖਣਾ ਹੈ ਕਿ ਗੱਲ ਠੀਕ ਕੀਤੀ ਹੈ ਨਹੀਂ ਕੀਤੀ ਹੈ, ਉਹਦੀ ਜਰਨਲਿਸਟਿਕ ਬੁਨਿਆਦ ਹੈ ਜਾਂ ਨਹੀਂ ਹੈ, ਉਹ ਦੇਖਣਾ ਚਾਹੀਦਾ, ਉਹ ਸਪੋਰਟ ਕਰੋ। ਇਹ ਲੋਕ ਨਹੀਂ ਕਰਦੇ ਅੱਜ ਕੱਲ੍ਹ। ਲੱਗਦਾ ਹੈਗਾ ਇਸ ਤਰੀਕੇ ਦੇ ਨਾਲ ਪੱਤਰਕਾਰਤਾ ਜਿਹੜੀ ਹੈਗੀ ਆ ਉਹ ਬਚ ਪਾਊਗੀ, ਔਰ ਜੇਕਰ ਬਚਾਉਣਾ ਹੈਗਾ ਤਾਂ ਉਹਦੇ ਵਾਸਤੇ ਤੁਹਾਨੂੰ ਕੀ ਉਪਰਾਲੇ ਨਜ਼ਰ ਆਉਂਦੇ ਨੇ? ਕੀ ਕੁਝ ਹੋਣਾ ਚਾਹੀਦਾ ਹੈਗਾ? ਪੱਤਰਕਾਰ ਨੂੰ ਕੀ ਕਰਨਾ ਚਾਹੀਦਾ? ਔਰ ਜਿਹੜੇ ਬੜਿੰਗ ਜਰਨਲਿਸਟ ਹੈਗੇ ਨੇ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਕਿ ਰਾਹ ਜਿਹੜਾ ਹੈਗਾ ਉਹ ਚੁਣਨਾ? ਦੇਖੋ, ਇਕੱਲੇ ਪੱਤਰਕਾਰ ਕੁਛ ਨਹੀਂ ਕਰ ਸਕਦੇ। ਇਕੱਲੇ ਪੱਤਰਕਾਰਾਂ ਦੇ ਕੋਲ ਇੰਨਾ ਹੀ ਚੋਇਸ ਹੈਗਾ ਹੈ ਕਿ ਅਗਰ ਤੁਸੀਂ 2 ਜਾਂ 4 ਸੰਸਥਾਵਾਂ ਦੇ ਵਿੱਚ ਤੁਹਾਡੇ ਕੋਲ ਚੋਇਸ ਹੈਗੀ ਹੈ ਤਾਂ ਇਹੋ ਜਿਹੀ ਸੰਸਥਾ 'ਤੇ ਕੰਮ ਕਰੋ ਜਿੱਥੇ ਤੁਸੀਂ ਪੱਤਰਕਾਰਿਤਾ ਕਰ ਸਕਦੇ ਹੋ, ਪ੍ਰੋਪੇਗੈਂਡਾ ਨਹੀਂ ਕਰ ਰਹੇ ਹੋ। ਬਾਕੀ ਜਿਹੜੇ ਸੀਨੀਅਰ ਪੱਤਰਕਾਰ ਹੈਗੇ ਹੈ, ਕਿਸੇ ਤੌਰ 'ਤੇ ਅਗਰ ਉਹਨਾਂ ਨੂੰ ਮੌਕਾ ਮਿਲੇ ਕਿ ਕੋਈ ਇੰਸਟੀਟਿਊਸ਼ਨ ਬਿਲਡਿੰਗ ਹੋਏ, ਕਿ ਕੋਈ ਇਹੋ ਜਿਹੀ ਸੰਸਥਾਵਾਂ ਬਣਨ ਜਿੱਥੇ ਜਰਨਲਿਜ਼ਮ ਚੰਗੀ ਹੋ ਸਕਦੀ ਹੈ, ਤਾਂ ਉਸ ਇੰਸਟੀਟਿਊਸ਼ਨ ਨੂੰ ਸਟਰੈਂਥਨ ਕਰੋ। ਪਰ ਇਹ ਜਿਹੜਾ ਸਕੋਪ ਹੈਗਾ ਇਹ ਸਿਰਫ ਜਰਨਲਿਜ਼ਮ ਦੇ ਬਾਹਰ ਦਾ ਹੈਗਾ। ਇਹ ਸੁਸਾਇਟੀ ਦੀ ਰਿਸਪੌਂਸਿਬਿਲਿਟੀ ਹੈਗੀ ਹੈ ਕਿ ਫੰਡਿੰਗ ਅਗਰ ਪਬਲਿਕ
ਇਹੋ ਜਿਹੀ ਸੰਸਥਾਵਾਂ ਨੂੰ ਫੰਡ ਨਹੀਂ ਕਰਦੀ ਹੈਗੀ ਹੈ ਜਿਹੜੀ ਜਰਨਲਿਜ਼ਮ ਚੱਜ ਨਾਲ ਕਰਦੇ ਹੈਗੇ, ਫਿਰ ਜਰਨਲਿਜ਼ਮ ਨੂੰ ਮਾੜੀ ਜਰਨਲਿਜ਼ਮ, ਫਿਰ ਪਬਲਿਕ ਨੂੰ ਮਾੜੀ ਜਰਨਲਿਜ਼ਮ ਹੀ ਲੱਭੂਗੀ। ਫਿਰ ਬਾਅਦ 'ਚੋਂ ਜਿੰਨਾ ਮਰਜ਼ੀ ਕਹਿ ਲੈਣ ਕਿ ਜਰਨਲਿਜ਼ਮ ਕੰਮ ਨਹੀਂ ਕਰ ਰਹੀ ਹੈ, ਪਰ ਪਬਲਿਕ ਇਹ ਨਹੀਂ ਰਿਅਲਾਈਜ਼ ਕਰਦੀ ਕਿ ਜਰਨਲਿਜ਼ਮ ਨੇ ਕੰਮ ਕਰਨਾ ਬੰਦ ਕਰਤਾ। ਅਤੇ ਸਾਡਾ ਜਿਹੜਾ ਕੌਨਸਟੀਟਿਊਸ਼ਨਲ ਦਾਇਰਾ ਹੈਗਾ, ਇਹਦੇ 'ਚ ਅਕਾਊਂਟੇਬਿਲਿਟੀ ਇੱਕ ਇਲੈਕਸ਼ਨ ਅਤੇ ਦੂਜੇ ਇਲੈਕਸ਼ਨ ਦੇ ਵਿੱਚ ਨਾ, ਚੌਥਾ ਸਤੰਭ ਹੀ ਨਹੀਂ ਹੈਗਾ, ਬਾਕੀ ਸਤੰਭਾਂ 'ਚ ਕੋਈ ਅਕਾਊਂਟੇਬਿਲਿਟੀ ਅੱਜ ਨਹੀਂ ਰਹਿ ਗਈ ਹੈਗੀ। ਅਗਰ ਮੀਡੀਆ ਨੇ ਵੀ ਇਹ ਅਕਾਊਂਟੇਬਿਲਿਟੀ ਬੰਦ ਕਰਤੀ ਤੇ ਬੇਸਿਕਲੀ ਡੈਮੋਕ੍ਰੇਸੀ ਕੁਐਸਚਨ 'ਚ ਆ ਜਾਂਦੀ ਹੈਗੀ। ਤੁਸੀਂ ਇੱਕ ਚੀਜ਼ ਇਹ ਤੁਹਾਡੇ ਤੋਂ ਜਾਣਨਾ ਚਾਹਾਂਗੇ, ਜੇ ਤਾਂ ਐਂਟੀ ਮੋਦੀ ਚੱਲੋ ਤਾਂ ਉਹਨਾਂ ਨੂੰ ਲੈਫਟ ਕਿਹਾ ਜਾਂਦਾ ਹੈਗਾ, ਜਿਹੜੇ ਮੋਦੀ ਨੂੰ ਕਵਰ ਕਰਨ ਤਾਂ ਉਹਨਾਂ ਨੂੰ ਗੋਦੀ ਮੀਡੀਆ ਕਿਹਾ ਜਾਂਦਾ ਹੈਗਾ। ਲੱਗਦਾ ਹੈ ਬੈਲੈਂਸ ਤਰੀਕੇ ਨਾਲ ਪੱਤਰਕਾਰਤਾ ਹੋ ਰਹੀ ਹੈ, ਇੱਕ ਪਾਸੇ ਰਾਈਟ ਵਿੰਗ ਲੱਗ ਜਾਂਦਾ ਹੈਗਾ ਟੈਗ, ਇੱਕ ਪਾਸੇ ਲੈਫਟ ਵਿੰਗ ਲੱਗ ਜਾਂਦਾ, ਵਿੱਚ ਵਿਚਾਲੇ ਵਾਲਾ ਤੁਹਾਨੂੰ ਲੱਗਦਾ ਕਿ ਕੋਈ ਜਰਨਲਿਜ਼ਮ ਦਾ ਪਲੇਟਫਾਰਮ ਹੈਗਾ ਇਸ ਵੇਲੇ? ਦੇਖੋ, ਮੇਰਾ ਸਵਾਲ ਇਹ ਨਹੀਂ ਹੈਗਾ ਕਿ ਤੁਸੀਂ ਵਿਚਾਲੇ ਚਲੋਗੇ, ਤੁਸੀਂ ਇਸ਼ੂ ਬੇਸ ਚਲੋਗੇ। ਜਿੱਥੇ ਮੋਦੀ ਗਲਤ ਕੰਮ ਕਰ ਰਿਹਾ ਹੈਗਾ ਤਾਂ ਤੁਹਾਨੂੰ ਐਂਟੀ ਮੋਦੀ ਹੋਣਾ ਹੀ ਪਊਗਾ, ਉੱਥੇ ਥੋੜ੍ਹੀ ਬੈਲੈਂਸ ਕਰ ਸਕਦੇ ਹੋ। ਜੋ ਕੁਛ ਇਹ ਸਰਕਾਰ ਕਰ ਰਹੀ ਹੈਗੀ ਹੈ, ਜਿਹੜੀ ਲਿੰਚਿੰਗ ਹੋ ਗਈ ਹੈ, ਇਹਨਾਂ ਦਾ ਰਿਲੀਜੀਅਸ ਪ੍ਰੋਪੇਗੈਂਡਾ ਕਮਿਊਨਲ ਪ੍ਰੋਗਰਾਮ ਹੈਗਾ, ਉਹਦੇ ਬਾਰੇ ਤੁਸੀਂ ਐਂਟੀ ਰਹੋਗੇ। ਪਰ ਇਹਦਾ ਮਤਲਬ ਨਹੀਂ ਹੈਗਾ ਕਿ ਤੁਸੀਂ ਅਗਰ ਮੋਦੀ ਦੇ ਐਂਟੀ ਹੋ ਅਤੇ ਕੱਲ੍ਹ ਕਾਂਗਰਸ ਨੇ ਕੁਛ ਗਲਤ ਕੰਮ ਕਰਤਾ ਜਾਂ ਲੈਫਟ ਨੇ ਕੁਛ ਗਲਤ ਕੰਮ, ਤੇ ਉਹਦੇ ਬਾਰੇ ਵੀ ਤੁਸੀਂ ਚੁੱਪ ਰਹੋਗੇ। ਮੀਡੀਆ ਉਹ ਚੰਗੀ ਉਹੀ ਹੈਗੀ ਹੈ ਕਿ ਜਿੱਥੇ ਤੁਹਾਨੂੰ ਕੋਈ ਗਲਤ ਕੰਮ ਦਿਖੇ ਉਹਦੇ ਐਂਟੀ ਤੁਸੀਂ ਰਹੋ ਬੇਸਿਕਲੀ, ਅਤੇ ਉਹਦੇ 'ਚ ਤੁਹਾਨੂੰ ਬੈਲੈਂਸ ਬਣਾਉਣ ਦੀ ਕੋਈ ਲੋੜ ਨਹੀਂ ਹੈ। ਇਹ ਨਹੀਂ ਹੈਗਾ ਕਿ ਮੋਦੀ ਦੀ ਵੀ ਕੋਈ ਚੰਗੀ ਗੱਲ ਕਰਨੀ ਜ਼ਰੂਰੀ ਨਹੀਂ ਹੈਗੀਆਂ ਨੇ। ਇਹ ਹੈਗਾ ਕਿ ਤੁਸੀਂ ਜਿਹੜੀ ਅਕਾਊਂਟੇਬਿਲਿਟੀ ਮੋਦੀ ਤੋਂ ਮੰਗ ਰਹੇ ਹੋ, ਤੁਸੀਂ ਅਮਰਿੰਦਰ ਤੋਂ ਵੀ ਮੰਗੋ, ਸਿੱਧੂ ਤੋਂ ਵੀ ਮੰਗੋ, ਤੁਸੀਂ ਹਰਿਆਣਾ ਦੇ ਪੋਲੀਟੀਸ਼ੀਅਨ ਤੋਂ ਵੀ ਮੰਗੋ, ਚਾਹੇ ਉਹ ਰਾਹੁਲ ਗਾਂਧੀ ਤੋਂ ਵੀ ਮੰਗੋ। ਬੇਸਿਕਲੀ ਉਹੀ ਜਰਨਲਿਜ਼ਮ ਹੈਗੀ ਹੈ। ਕਿ ਪੰਜਾਬ ਦੀ ਹੁਣ ਗੱਲ ਸ਼ੁਰੂ ਹੀ ਕਰ ਲਿੱਤੀ, ਪੋਲੀਟੀਕਲ ਜਿਹੜਾ ਹੈਗਾ ਤੁਹਾਡੀ ਬੀਟ ਹੈਗੀ ਔਰ ਬੜੀ ਪਕੜ ਤੁਹਾਡੀ ਪੋਲੀਟਿਕਸ ਦੇ ਉੱਤੇ ਹੈਗੀ ਹੈ। ਪੰਜਾਬ ਪੋਲੀਟਿਕਸ ਨੂੰ ਕਿਵੇਂ ਦੇਖਦੇ ਹੈਗੇ? ਉਹ ਸਮਾਂ ਥੋੜ੍ਹਾ ਰਹਿ ਗਿਆ ਹੈਗਾ। ਪਹਿਲਾਂ ਕਿੱਥੇ ਕੋਵਿਡ ਦੇ ਟਾਈਮ ਦੇ ਵਿੱਚ ਇੱਦਾਂ ਲੱਗਦਾ ਸੀ ਕਿ ਇੱਕ ਸੇਫ ਜ਼ੋਨ ਦੇ ਵਿੱਚ ਕਾਂਗਰਸ ਸਰਕਾਰ ਚਲੀ ਗਈ ਹੈਗੀ ਹੈ, ਜਿੱਥੇ ਸਿੱਧੂ ਰਿਫਟ ਵੀ ਨਹੀਂ ਸੀਗਾ, ਸਿੱਧੂ ਵੀ ਸ਼ਾਂਤ ਬੈਠੇ ਹੋਏ ਸੀ। ਪਰ ਜਿਵੇਂ ਜਿਵੇਂ ਟਾਈਮ ਨੇੜੇ ਆਉਂਦਾ ਰਿਹਾ, ਸਿੱਧੂ ਨੇ ਟਵੀਟ ਸ਼ੁਰੂ ਕਰ ਦਿੱਤੇ ਔਰ ਫਿਰ ਹੁਣ ਜੋ ਪ੍ਰਧਾਨਗੀ ਤੋਂ ਬਾਅਦ ਦਾ ਕਲੈਸ਼ ਹੁਣ ਨਜ਼ਰ ਆ ਰਿਹਾ ਹੈ। ਤੁਹਾਡੀ ਕੀ ਨਜ਼ਰ ਹੈਗੀ ਹੈ? ਦੇਖੋ, ਉਹੀ ਮੇਰੀ ਅੰਡਰਸਟੈਂਡਿੰਗ ਸੀ ਕਿ ਕਾਂਗਰਸ ਲਈ ਇੱਕ ਸਟੇਟ ਹੈਗਾ ਜਿੱਥੇ ਕੋਈ ਲੜਾਈ ਵੀ ਨਹੀਂ ਹੈਗੀ ਹੈ ਬੇਸਿਕਲੀ। ਅੱਜ ਇਹ ਕਹਿਣਾ ਔਖਾ ਹੈਗਾ ਕਿਉਂਕਿ ਅਗਰ ਤੁਹਾਨੂੰ ਬਾਹਰ ਓਪੋਜੀਸ਼ਨ ਨਹੀਂ ਮਿਲੀ ਹੈਗੀ ਤਾਂ ਤੁਸੀਂ ਡਿਸਾਈਡ ਕਰ ਲਿਆ ਕਿ ਅੰਦਰ ਹੀ ਅਸੀਂ ਓਪੋਜੀਸ਼ਨ ਬਣਾ ਲਈਏ, ਅਤੇ ਜੋ ਗੱਲਾਂ ਓਪੋਜੀਸ਼ਨ ਨੇ ਕਰਨੀਆਂ ਸੀਗੀਆਂ ਤੁਸੀਂ ਆਪਸ 'ਚ ਹੀ ਕਰ ਰਹੇ ਹੋ। ਹੁਣ ਗੱਲ ਇਹ ਨਹੀਂ ਹੈਗੀ ਹੈ, ਅਮਰਿੰਦਰ ਦੇ ਬਾਰੇ ਸਾਨੂੰ ਪਤਾ ਹੈਗਾ ਕਿ 3-4 ਸਾਲਾਂ 'ਚ ਕੋਈ ਕੰਮ ਨਹੀਂ ਹੋਇਆ ਇਸ ਸਟੇਟ 'ਚ, ਲੋਕਾਂ 'ਚ ਅਨਪੋਪੂਲਰ ਹੈਗਾ। ਦੂਜੇ ਪਾਸੇ ਨਵਜੋਤ ਸਿੱਧੂ ਨੂੰ ਤੁਸੀਂ ਕਾਂਗਰਸ ਪ੍ਰੈਜ਼ੀਡੈਂਟ ਅਪੋਇੰਟ ਕਰਤਾ ਹੈ, ਉਹਦੇ ਬਾਅਦ ਕੀ ਹੋਣਾ ਸੀਗਾ? ਹੁਣ ਤੁਸੀਂ ਅੱਗੇ ਦੇਖ ਕੇ ਅੱਗੇ ਦੇ ਪ੍ਰੋਗਰਾਮ ਬਣਾਓ, ਪਰ ਇੱਥੇ ਸਕੋਰ ਸੈਟਲ ਕੀਤੇ ਜਾ ਰਹੇ ਆ। ਆਫਟਰ ਆਲ ਨਵਜੋਤ ਸਿੱਧੂ ਵੀ ਤਾਂ ਇਸੀ ਸਰਕਾਰ ਦਾ ਇੱਕ ਹਿੱਸਾ ਸੀਗਾ 3-4 ਸਾਲ ਤੱਕ, ਅਤੇ ਅਗਰ ਇੰਨਾ ਕੁਛ ਔਖਾ ਸੀਗਾ ਤਾਂ ਵਿੱਚੇ ਹੋਰ ਸ਼ੋਰ ਹੋਣਾ ਚਾਹੀਦਾ ਸੀਗਾ। ਅੱਜ ਆ ਕੇ ਤੁਸੀਂ ਕਾਂਗਰਸ ਪ੍ਰੈਜ਼ੀਡੈਂਟ ਬਣ ਗਏ ਹੋ, ਅਤੇ ਹੁਣ ਅਮਰਿੰਦਰ ਦੀ ਅਕਾਊਂਟੇਬਿਲਿਟੀ ਤੇ ਬਾਅਦ 'ਚ ਆਉਂਦੀ ਇਹ ਹੈਗੀ, ਹੁਣ ਤੁਸੀਂ ਕੈਂਪੇਨ ਇੱਕ ਪਲਾਨ ਕਰਨੀ ਹੈਗੀ ਅਤੇ ਪੰਜਾਬ ਦੇ ਜਿਹੜੇ ਮੁੱਦੇ ਹੈਗੇ ਉਹਨਾਂ ਬਾਰੇ ਤੁਸੀਂ ਕੀ ਕਰ ਰਹੇ ਹੋ। ਤੁਹਾਡਾ ਜਿਹੜਾ ਆਪਸੀ ਸਕੋਰ ਹੈਗਾ ਹੈ ਉਹ ਇੱਕ ਪਾਸੇ ਸੈਟਲ ਕਰਕੇ ਡਿਸਾਈਡ ਕਰਨਾ ਪਊਗਾ ਕਾਂਗਰਸ ਨੂੰ ਕਿ ਅਗਰ ਇਲੈਕਸ਼ਨ 'ਚ ਜਾ ਰਹੇ ਹੋ ਤਾਂ ਤੁਹਾਡਾ ਚਿਹਰਾ ਸਿੱਧੂ ਹੋਊਗਾ ਜਾਂ ਅਮਰਿੰਦਰ ਹੋਊਗਾ, ਉਹ ਕਲੀਅਰ ਕਰੋ ਅਤੇ ਅੱਗੇ ਜਾਓ। ਇਹਦੇ 'ਚ ਹਾਈ ਕਮਾਂਡ ਦਾ ਵੀ ਪ੍ਰੋਬਲਮ ਹੈਗੀ ਹੈ। ਜਿੰਨੀ ਦੇਰ ਤੁਸੀਂ ਐਂਬੀਗੁਇਟੀ ਛੱਡੋਗੇ ਅਤੇ ਇਹ ਤਮਾਸ਼ਾ ਚੱਲਦੇ ਰਹੂਗਾ ਅਤੇ ਲੋਕਾਂ 'ਚ ਸਵਾਲ ਉੱਠਣਗੇ ਕਿ ਇਹ ਕਿਹੋ ਜਿਹੀ ਪਾਰਟੀ ਹੈ ਅਤੇ ਇਹ ਕਿਹੋ ਜਿਹੇ ਲੀਡਰਸ ਹੈਗੇ। ਅਗਰ ਅਮਰਿੰਦਰ ਨੂੰ ਹਟਾ ਕੇ ਸਿੱਧੂ ਨੂੰ ਲਾਣਾ ਹੈਗਾ ਤੇ ਸਿੱਧੂ ਨੂੰ ਕਿਉਂ ਅਸੀਂ ਚੀਫ ਮਿਨਿਸਟਰ ਬਣਾਈਏ? ਲੋਕ ਇਹੀ ਪੁੱਛਣਗੇ। ਇੱਕ ਤੌਰ ਤਰੀਕਾ ਹੁੰਦਾ ਹੈ ਲੀਡਰਸ਼ਿਪ ਦਾ, ਉਹ ਵੀ ਦੇਖਣਾ ਚਾਹੁੰਦੇ ਹੈਗੇ ਲੋਕ। ਸਿੱਧੂ ਦੀ ਪੋਪੂਲੈਰਿਟੀ ਬਹੁਤ ਸੀਗੀ ਕਿਉਂਕਿ ਉਹਨੇ ਕਰੈਕਟ ਕੁਐਸਚਨਸ ਉਠਾਏ ਸੀਗੇ, ਸਵਾਲ ਉਠਾਏ ਸੀਗੇ। ਅੱਜ ਸਵਾਲ ਇਹ ਉੱਠਦਾ ਹੈਗਾ ਕਿ ਆਪਣੇ ਆਪ ਨੂੰ ਰਿਸਪੌਂਸਿਬਿਲਿਟੀ ਇਨ ਅ ਪੋਜੀਸ਼ਨ ਆਫ ਪਾਵਰ ਰਿਸਪੌਂਸਿਬਿਲੀ ਕੰਡਕਟ ਕਰ ਸਕਦਾ ਹੈ ਕਿ ਨਹੀਂ, ਅਤੇ ਉਹਦੇ ਉੱਤੇ ਹੁਣ ਲੋਕਾਂ 'ਚ ਸਵਾਲ ਉੱਠ ਗਏ ਹੈਗੇ ਕਿ ਇਹੋ ਜਿਹੇ ਬੰਦੇ ਨੂੰ ਅਸੀਂ ਰਿਸਪੌਂਸਿਬਿਲਿਟੀ ਦੇ ਸਕਦੇ। ਉਹ ਅਮਰਿੰਦਰ ਨੂੰ ਨਹੀਂ ਚਾਹੁੰਦੇ, ਬਟ ਆਈ ਐਮ ਨੋਟ ਸ਼ੋਰ ਕਿ ਅੱਜ ਉਹਨਾਂ ਨੂੰ ਨਵਜੋਤ ਸਿੱਧੂ ਵੀ ਉਹਨਾਂ ਕੋਈ ਖਾਸ ਪਸੰਦ ਆ ਰਿਹਾ ਹੈਗਾ, ਅਤੇ ਔਰ ਇਹ ਲੜਾਈ ਚਲੀ ਜਾ ਰਹੀ ਹੈਗੀ। ਕਿਹਾ ਜਾ ਰਿਹਾ ਸੀ ਜਦੋਂ ਤੱਕ ਸਿੱਧੂ ਚੁੱਪ ਸੀਗੇ ਉਦੋਂ ਤੱਕ ਇੱਕ ਪੋਪੂਲੈਰਿਟੀ ਸੀਗੀ, ਜਿਵੇਂ ਹੀ ਮੂੰਹ ਖੁੱਲਿਆ ਉਹ ਪੋਪੂਲੈਰਿਟੀ ਵੀ ਹੁਣ ਡਿਕਰੀਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ, ਘਟਦੀ ਹੋਈ ਨਜ਼ਰ ਆ ਰਹੀ ਹੈ। ਉਹ ਤਾਂ ਹੋਏਗਾ ਹੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਇੱਕ ਵਾਰੀ ਤੁਸੀਂ ਪਾਰ ਦੇ ਅਹੁਦੇ 'ਚ ਆ ਗਏ ਹੋ ਤਾਂ ਤੁਹਾਨੂੰ ਅੱਗੇ ਵੇਖਣਾ ਜ਼ਰੂਰੀ ਹੈਗਾ। ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੈਗਾ ਕਿ ਅੱਗੇ ਪੰਜਾਬ ਲਈ ਕੀ ਕਰਨਾ ਹੈਗਾ, ਪੰਜਾਬ 'ਚ ਕਿਹੜੇ ਮੁੱਦਿਆਂ 'ਤੇ ਕੰਮ ਹੋਊਗਾ, ਔਰ ਅਗਰ ਕੋਈ ਕਨਫਿਊਜ਼ਨ ਹੈਗੀ ਹੈ ਉਹ ਸੈਂਟਰ ਨੂੰ ਪਹਿਲਾਂ ਹੀ ਸੈਟਲ ਕਰ ਦੇਣਾ ਚਾਹੀਦਾ। ਹੁਣ ਵੀ
ਅਗਰ ਇਹ ਚੱਲਦਾ ਰਿਹਾ ਤੇ ਕਾਂਗਰਸ ਨੇ ਆਪਣੇ ਆਪ ਨੂੰ ਇੱਥੇ ਖਤਮ ਕਰ ਲੈਣਾ ਹੈ, ਜਾਂ ਤੇ ਹਾਈ ਕਮਾਂਡ ਦੇ ਡਿਸੀਜਨ ਲੈ ਲੈ ਕੇ ਜੀ ਅਮਰਿੰਦਰ ਨਹੀਂ ਸਿੱਧੂ ਫੇਸ ਹੋਏਗਾ ਇਲੈਕਸ਼ਨ ਦਾ, ਫਿਰ ਸਿੱਧੂ ਅੱਗੇ ਦੀ ਗੱਲ ਕਰੇ। ਨਹੀਂ ਤੇ ਇਸ ਤਰ੍ਹਾਂ ਚੱਲਦੇ ਰਿਹਾ ਤੇ ਫਿਰ ਤੇ ਆਪੋਜੀਸ਼ਨ ਨੂੰ ਪਹਿਲੀ ਵਾਰੀ ਚਾਂਸ ਹੋਵੇ। ਤੁਸੀਂ ਦਿੱਲੀ ਹੁੰਦੇ ਹੋ, ਦਿੱਲੀ ਦੀ ਵੀ ਪੋਲਿਟਿਕਸ ਦੇ ਉੱਤੇ ਤੁਹਾਡੀ ਵੱਡੀ ਨਜ਼ਰ ਹੈਗੀ ਹੈ। ਇਹ ਵੀ ਮੰਨਿਆ ਜਾਂਦਾ ਕਿ ਹਾਈ ਕਮਾਂਡ ਕਦੀ ਵੀ ਨਹੀਂ ਚਾਹੁੰਦੀ ਹੁੰਦੀ ਕਿ ਇੱਕ ਧੜਾ ਜਿਹੜਾ ਹੈਗਾ ਹਾਵੀ ਹੋਵੇ, ਔਰ ਦੋ ਧੜੇ ਹਾਈ ਕਮਾਂਡ ਹਮੇਸ਼ਾ ਖੜੇ ਕਰਦੀ ਹੈਗੀ। ਛੱਤੀਸਗੜ੍ਹ ਦੇ ਵਿੱਚ ਵੀ ਜੋ ਦੇਖ ਰਹੇ ਹਾਂ ਅਸੀਂ ਇਸ ਵੇਲੇ ਹਾਲਾਤ ਬਣੇ ਹੋਏ ਨੇ, ਪੰਜਾਬ ਦੇ ਵਿੱਚ ਵੀ ਲੱਗਦਾ ਕਿ ਜੋ ਸਿੱਧੂ ਤੋਂ ਕਰਵਾਇਆ ਜਾ ਰਿਹਾ ਥਾਪੜਾ ਦਾ ਪਿੱਛੋਂ ਹਾਈ ਕਮਾਂਡ ਦਾ ਹੀ ਹੈਗਾ। ਹਾਈ ਕਮਾਂਡ ਵੀ ਚਾਹੁੰਦੀ ਹੈਗੀ ਹੈ ਕਿ ਸਿੱਧੂ ਨੂੰ ਅੱਗੇ ਲੈ ਕੇ ਆਇਆ ਜਾਵੇ ਔਰ ਕੈਪਟਨ ਨੂੰ ਕਿਤੇ ਨਾ ਕਿਤੇ ਦਬਾਇਆ ਜਾਵੇ। ਦੇਖੋ, ਹਾਈ ਕਮਾਂਡ ਇਟਸੈਲਫ ਦਿੱਲੀ ਦੀ ਕਾਂਗਰਸ ਦੀ ਹਾਈ ਕਮਾਂਡ ਹੀ ਇਨਕੰਪੀਟੈਂਟ ਹੈਗੀ ਹੈ, ਇੰਨੀ ਸੋਚ ਦੀ ਗੱਲ ਨਹੀਂ ਹੈਗੀ ਹੈ। ਉਹਨਾਂ ਨੂੰ ਆਪ ਜਿਹੜੇ ਇੰਪੋਰਟੈਂਟ ਪੋਲੀਟੀਕਲ ਇਸ਼ੂਜ਼ ਨੂੰ ਕਿਸ ਤਰ੍ਹਾਂ ਸਾਹਮਣਾ ਹੈਗਾ ਸਮਝ ਨਹੀਂ ਆਉਂਦੀ ਹੈਗੀ। ਜਿਹੜਾ ਛੱਤੀਸਗੜ੍ਹ 'ਚ ਜਿਹੜੀ ਲੀਡਰਸ਼ਿਪ ਡਿਬੇਟ ਚੱਲ ਰਹੀ ਹੈ ਉਹ ਮੰਨ ਲਿਆ, ਪਰ ਉਹ ਮਿਡ ਟਰਮ ਚੱਲ ਰਹੀ ਹੈਗੀ ਨਾ, 2-2.5 ਸਾਲ ਹੋਏ ਹੈਗੇ। ਇਹ ਤੇ ਤੁਸੀਂ 6 ਮਹੀਨੇ ਪਹਿਲਾਂ ਇਲੈਕਸ਼ਨ ਦੇ ਤੁਸੀਂ ਦੋ ਧੜੇ ਕ੍ਰੀਏਟ ਕਰ ਲਏ ਹੈਗੇ, ਤੇ ਇਹ ਤੇ ਪੂਰੀ ਨਿਰੀ ਬੇਵਕੂਫੀ ਹੈਗੀ। ਇਹਦੇ 'ਚ ਇਹ ਗੱਲ ਕਲੀਅਰ ਹੋ ਰਹੀ ਹੈਗੀ ਹੈ ਕਿ ਨਾ ਹਾਈ ਕਮਾਂਡ ਆਪਣੇ ਪਾਰਟੀ 'ਚ ਕੰਪਲੀਟ ਕੰਟਰੋਲ 'ਚ ਹੈਗਾ ਹੈ, ਨਾ ਹੀ ਉਹ ਕਲੀਅਰ ਸਿਗਨਲ ਦੇ ਪਾ ਰਿਹਾ ਹੈਗਾ। ਤੁਸੀਂ ਹਰੀਸ਼ ਰਾਵਤ ਨੂੰ ਅਪੋਇੰਟ ਕੀਤਾ ਸੀ, ਹਰੀਸ਼ ਰਾਵਤ ਹੁਣ ਭੱਜਣ ਦੀ ਕੋਸ਼ਿਸ਼ ਕਰ ਰਿਹਾ, ਕਹਿ ਰਿਹਾ ਮੈਨੂੰ ਉੱਤਰਾਂਚਲ 'ਚ, ਉਹ ਇੱਥੇ ਉਹਨੂੰ ਸਮਝ ਨਹੀਂ ਆ ਰਿਹਾ ਇਹਨਾਂ ਦਾ ਕੀ ਕਰੀਏ ਉਹ, ਤੇ ਉੱਥੋਂ ਕੋਈ ਕਲੀਅਰ ਸਿਗਨਲ ਨਹੀਂ ਹੈ। ਬਈ ਅਗਰ ਤੁਸੀਂ ਡਿਸਾਈਡ ਕਰ ਲਿਆ ਸਿੱਧੂ ਨੂੰ ਬੈਕ ਕਰਨਾ ਹੈ ਕਰੋ, ਤੇ ਫਿਰ ਅਮਰਿੰਦਰ ਨੂੰ ਪਾਸੇ ਕਰੋ, ਜਾਂ ਤੁਸੀਂ ਅਗਰ ਸਿੱਧੂ ਨੂੰ ਨਹੀਂ ਬੈਕ ਕਰ ਰਹੇ ਹੋ ਤਾਂ ਫਿਰ ਅਮਰਿੰਦਰ ਨੂੰ ਰਹਿਣ ਦਿਓ ਤੇ ਲੋਕਾਂ 'ਚ ਕਲੀਅਰ ਹੋ ਜਾਏ। ਧੜੇ ਤੁਸੀਂ ਸਪੋਰਟ ਕਰਨੇ ਹੈ, ਇਨਸਿਕਿਉਰਿਟੀ ਕ੍ਰੀਏਟ ਕਰਨੀ ਹੈ, ਉਹਦਾ ਟਾਈਮ ਚਲਾ ਗਿਆ ਹੈ। ਹੁਣੇ ਕੋਈ ਵੀ ਸੈਂਸਿਬਲ ਹਾਈ ਕਮਾਂਡ ਇਲੈਕਸ਼ਨ ਦੇ 6 ਮਹੀਨੇ ਪਹਿਲਾਂ ਆਪਣੀ ਪਾਰਟੀ 'ਚ ਦੋ ਧੜੇ ਕ੍ਰੀਏਟ ਕਰਕੇ ਉਹ ਪਬਲਿਕ ਡਿਸਪਲੇ ਅਗਰ ਕਰਦਾ ਹੈਗਾ ਤੇ ਉਹ ਤੇ ਹਾਈ ਕਮਾਂਡ ਦੀ ਬੇਵਕੂਫੀ ਹੈਗੀ। ਦਿੱਲੀ ਦੇ ਵਿੱਚ ਵੀ ਧੜੇਬਾਜ਼ੀ ਤਾਂ ਉੱਥੇ ਵੀ ਹੈਗੀ ਹੈ। ਸੋਨੀਆ ਗਾਂਧੀ ਦਾ ਆਪਣਾ ਧੜਾ ਹੈਗਾ, ਰਾਹੁਲ ਦਾ ਆਪਣਾ ਧੜਾ ਹੈ, ਪ੍ਰਿੰਕਾ ਦਾ ਆਪਣਾ ਧੜਾ ਹੈ, ਤਾਂ ਉਹੀ ਧੜੇਬਾਜ਼ੀ ਜਿਹੜੀ ਹੈ ਉਹ ਪੰਜਾਬ 'ਚ ਨਜ਼ਰ ਆਉਂਦੀ ਹੈ। ਨਹੀਂ, ਉਹ ਤਾਂ ਹੈ ਹੀ, ਪਰ ਉਹ ਆਪਸ 'ਚ ਇੱਕ ਦੂਜੇ ਨਾਲ ਕਮਿਊਨੀਕੇਸ਼ਨ ਰੱਖਦੇ ਹੈਗੇ, ਪਰ ਉਹਨਾਂ ਦੇ ਆਪਣੇ ਆਪਣੇ ਬੰਦੇ ਹੈਗੇ। ਹੁਣ ਇੱਕ ਟਾਈਮ ਤੇ ਜਿਹੜੀ ਪਾਰਟੀ ਦੇ ਕੋਲ 15 ਸਟੇਟ ਸੀਗੇ, ਇਹਨਾਂ ਦੇ ਕੋਲ ਸਟੇਟ ਹੀ 2-3 ਬੱਚੇ ਹੈਗੇ। ਇਟ ਇਜ਼ ਆਲਰੇਡੀ ਅ ਲਿਮਿਟਿਡ ਥੋੜੀ ਰੀਜਨਲ ਪਾਰਟੀ ਵਿਦ ਸਮ ਅਲਾਇੰਸਸ, ਸਾਊਥ 'ਚ 1-2 ਹੋਣਗੇ। ਤੇ ਗਾਂਧੀਜ਼ ਦੀ ਜਿਹੜੀ ਇਹ ਹਾਲਾਤ ਕਾਂਗਰਸ ਪਾਰਟੀ ਦੇ ਉਹ ਹੈਗੇ ਹੈ, ਜਿਹੜਾ ਤੁਸੀਂ ਸੋਚ ਲਓ ਬਹਾਦਰ ਸ਼ਾਹ ਜ਼ਫਰ ਦੇ ਟਾਈਮ ਦਾ ਮੁਗਲ ਜਿਹੜਾ ਕਿੰਗਡਮ ਹੈਗਾ, ਉਦੋਂ ਵੀ ਬੈਠ ਕੇ ਅਗਰ ਤੁਸੀਂ ਆਪਸ 'ਚ ਹੀ ਲੜਦੇ ਰਹੇ ਤਾਂ ਤੁਸੀਂ ਬੀਜੇਪੀ ਨਾਲ ਕਿਸ ਤਰ੍ਹਾਂ ਲੜੋਗੇ ਬੇਸਿਕਲੀ। ਚਲੋ ਪੰਜਾਬ 'ਚ ਤੁਹਾਡੇ ਕੋਲ ਬੀਜੇਪੀ ਵਰਗੀ ਆਪੋਜੀਸ਼ਨ ਨਹੀਂ ਹੈਗੀ ਹੈ, ਪਰ ਬਾਕੀ ਥਾਵਾਂ 'ਚ ਤਾਂ ਇਹੀ ਹੋਣਾ ਹੈਗਾ। ਔਰ ਪੰਜਾਬ ਜਿਹੜੀ ਆਪੋਜੀਸ਼ਨ ਦੀ ਗੱਲ ਕਰੀਏ ਆਪਾਂ, ਅਕਾਲੀ ਦਲ ਔਰ ਆਮ ਆਦਮੀ ਪਾਰਟੀ। ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਨੇ 13 ਏਜੰਡੇ ਦੇ ਦਿੱਤੇ ਨੇ। ਹਾਲਾਂਕਿ ਉਹ 13 ਏਜੰਡੇ ਕਿਵੇਂ ਪੂਰੇ ਹੋਣਗੇ, ਕੀ ਰੋਡ ਮੈਪ ਰਹੂਗਾ, ਉਸ ਦੇ ਉੱਤੇ ਕੋਈ ਗੱਲ ਨਹੀਂ। ਮੁਫਤਖੋਰੀ ਦੀ ਸਿਆਸਤ ਜਿਹੜੀ ਹੈਗੀ ਇਸ ਵੇਲੇ ਪੰਜਾਬ ਦੇ ਵਿੱਚ ਹਾਵੀ ਹੁੰਦੀ ਨਜ਼ਰ ਆ ਰਹੀ ਹੈ। ਕਿਵੇਂ ਦੇਖਦੇ ਹੋ ਅਕਾਲੀ ਦਲ ਦੇ ਇਹਨਾਂ ਪਲਾਨਸ ਨੂੰ, ਕਿਉਂਕਿ ਪਲੈਨਰ ਉਹੀ ਹੈ ਜਿਹੜਾ ਕਿਸੇ ਵੇਲੇ ਕੀ ਕਹਿੰਦੇ ਹੈ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਅਲਾਇੰਸ ਦੇ ਵਿੱਚ ਹੁੰਦਾ ਸੀ, ਕੰਮ ਕਰਦੇ ਸੀ ਸੁਨੀਲ ਗਾਂਧੀ, ਉਹੀ ਇਸ ਵੇਲੇ ਸਟ੍ਰੈਟਜੀ ਤਿਆਰ ਕਰ। ਦੇਖੋ, ਜਿੱਥੇ ਗੱਲ ਆਪੋਜੀਸ਼ਨ ਦੀ ਕਰ ਲਓ, ਹੁਣ ਪੰਜਾਬ ਦੇ ਕੋਲ ਹੀ ਚੋਇਸਿਸ ਨਹੀਂ ਰਹਿ ਜਾਂਦੀਆਂ ਨੇ। ਹੁਣ ਸੁਖਬੀਰ ਬਾਦਲ ਅਗਰ ਕੁਝ ਪ੍ਰੋਮਿਸ ਕਰਦਾ ਹੈਗਾ, ਕਾਂਗਰਸ ਦੀ ਪ੍ਰੋਮਿਸਿਸ ਦੀ ਤਾਂ ਅਸੀਂ ਗੱਲ ਕਰ ਹੀ ਲਈ ਹੈਗੀ। ਉਹ ਸਾਰਿਆਂ ਨੂੰ ਯਾਦ ਹੈਗਾ ਕਿ ਸੁਖਬੀਰ ਦੇ ਕੋਲ ਤਾਂ ਪਹਿਲਾਂ ਵੀ ਟਾਈਮ ਸੀਗਾ ਪ੍ਰੋਮਿਸਿਸ ਕਰਨ ਦਾ, ਉਹਦਾ ਆਪਣਾ ਰਿਕਾਰਡ ਲੋਕ ਅੱਜ ਤੱਕ ਭੁੱਲੇ ਨਹੀਂ ਹੈਗੇ। ਆਪ ਦੇ ਕੋਲ ਕੋਈ ਲੀਡਰ ਨਹੀਂ ਹੈਗਾ ਜਿਹਨੂੰ ਦੇਖ ਕੇ ਤੁਸੀਂ ਵੋਟ ਦੇ ਸਕਦੇ ਹੋ। ਤੇ ਇਹ ਜਿਹੜੀ ਟ੍ਰੈਜੇਡੀ ਹੁਣ ਅੱਜ ਚੱਲ ਰਹੀ ਹੈਗੀ ਹੈ, ਇਹਦਾ ਨੁਕਸਾਨ ਤੇ ਸਾਨੂੰ ਪੰਜਾਬੀਆਂ ਨੂੰ ਭੁਗਤਣਾ ਪਊਗਾ, ਕਿਉਂਕਿ ਪੰਜਾਬ ਨੇ ਵੈਸੇ ਵੀ ਇਹ ਅਮਰਿੰਦਰ ਬਾਦਲ ਦੀ ਜਿਹੜੀ ਲੜਾਈ ਪਿਛਲੇ 20-25 ਸਾਲਾਂ ਤੋਂ ਚੱਲ ਰਹੀ ਹੈਗੀ, ਇੱਕ ਚੀਫ ਮਿਨਿਸਟਰ ਜਾਂ ਦੂਜਾ ਚੀਫ ਮਿਨਿਸਟਰ, ਹਰੇਕ ਸਰਕਾਰ ਪਿਛਲੀ ਸਰਕਾਰ ਤੋਂ ਕੰਮ ਮਾੜਾ ਹੀ ਕਰਦੀ ਹੈਗੀ ਹੈ, ਕਰਦਾ ਚੜਾ ਕੇ ਜਾਂਦੀ ਹੈਗੀ ਹੈ। 20-25 ਸਾਲਾਂ ਤੋਂ ਇੱਕ ਸਰਕਾਰ ਦੇ ਬਾਅਦ ਦੂਜੀ ਸਰਕਾਰ ਨੇ ਪੰਜਾਬ ਦੀ ਤਬਾਹੀ ਕੀਤੀ ਹੈਗੀ। ਅੱਜ ਠੀਕ ਹੈ, ਕਿਸਾਨ ਮੁੱਦੇ ਨੂੰ ਲੈ ਕੇ ਅਸੀਂ ਸੈਂਟਰਲ ਗਵਰਨਮੈਂਟ ਦੇ ਖਿਲਾਫ ਖੜ੍ਹੇ ਹੋਏ ਹੈਗੇ, ਉਹ ਜ਼ਰੂਰੀ ਹੈਗਾ ਪੰਜਾਬ ਲਈ, ਪਰ ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਦੀ ਜਾਂ ਪੰਜਾਬ ਦੇ ਲੀਡਰਸ਼ਿਪ ਦੀ ਆਪਣੀ ਰਿਸਪੌਂਸਿਬਿਲਿਟੀ ਹਟ ਜਾਂਦੀ ਹੈਗੀ ਹੈ। ਪੰਜਾਬ 'ਚ ਸਿੱਖ ਵੀ ਵੱਡੀ ਗੱਲ ਕਰ ਸਕਦੇ ਹਾਂ ਕਿ ਦੇਖੋ ਵਿਤਕਰਾ ਹੁੰਦਾ ਹੈਗਾ ਪੰਜਾਬ ਨਾਲ, ਪਰ ਇੱਥੇ ਦੀ ਲੀਡਰਸ਼ਿਪ ਦੇ ਉੱਤੇ ਤੇ ਕੋਈ ਦਬਾਅ ਨਹੀਂ ਹੈਗਾ। ਇਹ ਕਹਿਣਾ ਕਿ ਵਿਤਕਰਾ ਹੋ ਰਿਹਾ ਹੈਗਾ, ਪੰਜਾਬ ਦੀ ਆਪਣੀ ਲੀਡਰਸ਼ਿਪ ਦੀ ਅਕਾਊਂਟੇਬਿਲਿਟੀ ਤੋਂ ਲਓ। ਜਿਹੜੇ ਇੱਥੇ ਦੇ ਚੀਫ ਮਿਨਿਸਟਰ ਸੀਗੇ, ਇਹਨਾਂ ਨੇ ਆਪਣੇ 4 ਜਾਂ ਪਿਛਲੇ 5 ਟਰਮਸ 'ਚ ਕੀ ਕੀਤਾ ਹੈਗਾ, ਕੋਈ ਇੱਕ ਅਚੀਵਮੈਂਟ ਹੈਗੀ ਹੈ ਪੰਜਾਬ ਬਾਰੇ? ਇਹਨਾਂ ਨੇ ਕਦੇ ਕਿਸੇ ਨੇ ਸੋਚਿਆ ਹੈਗਾ ਪੰਜਾਬ ਦੇ ਬਾਰੇ ਕੁਝ ਕੀਤਾ ਹੈਗਾ? ਤੇ ਪੰਜਾਬੀ ਅਗਰ ਪੰਜਾਬ ਬਾਰੇ ਨਹੀਂ ਸੋਚਣਗੇ ਤੇ ਫਿਰ ਅਸੀਂ ਸੈਂਟਰਲ ਗਵਰਨਮੈਂਟ ਤੋਂ ਕਿਉਂ ਐਕਸਪੈਕਟ ਕਰਦੇ ਹੈਗੇ ਕਿ ਕੁਝ ਹੋਏਗਾ?
ਨਾਲ ਹੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਜਦੋਂ ਪਿਛਲੀ ਵਾਰ 2017 ਦੇ ਵਿੱਚ ਆਮ ਆਦਮੀ ਪਾਰਟੀ ਸੀ, ਇੱਕ ਵਾਰ ਤਾਂ ਲੱਗ ਰਿਹਾ ਸੀ ਕਿ ਸਰਕਾਰ ਜਿਹੜੀ ਹੈਗੀ ਆ ਉਹ ਬਣਾਉਣ ਜਾ ਰਹੇ ਆ, ਜੋ ਵੇਵ ਚੱਲੀ ਸੀਗੀ। ਪਰ ਫਿਰ ਜਿਸ ਤਰੀਕੇ ਨਾਲ ਛੋਟੇਪੁਰ ਨੂੰ ਲੱਗ ਕੀਤਾ, ਉਸ ਤੋਂ ਬਾਅਦ ਗੁਰਪ੍ਰੀਤ ਘੁੱਗੀ ਹੋਏ, ਹੌਲੀ ਹੌਲੀ ਕਰਦੇ ਹੋਏ ਖਿਲਰਨ ਸ਼ੁਰੂ ਹੋ ਗਿਆ, ਸੁਖਪਾਲ ਖਹਿਰਾ ਫਿਰ ਲੱਗ ਹੋ ਜਾਂਦੇ ਹੈਗੇ ਨੇ। ਇਸ ਵੇਲੇ ਆਮ ਆਦਮੀ ਪਾਰਟੀ ਦਾ ਤੁਸੀਂ ਕੀ ਗਰਾਊਂਡ ਦੇਖਦੇ ਹੈਗੇ ਹੋ, ਜਿੱਥੇ ਸੀਐਮ ਫੇਸ ਹੀ ਨਹੀਂ ਅਜੇ ਤੱਕ ਅਨਾਉਂਸ ਹੋ ਰਿਹਾ ਹੈਗਾ, ਵੱਡੇ ਚਿਹਰਿਆਂ ਦੇ ਉੱਤੇ ਜਿਹੜੀ ਹੈਗੀ ਆ ਉਹ ਭਾਲ ਕੀਤੀ ਜਾ ਰਹੀ ਹੈ। ਐਸਪੀਐਸ ਓਬਰਾਏ ਦੇ ਉੱਤੇ ਜਿਹੜੀ ਸੀਗੀਆਂ ਉਹ ਨਜ਼ਰਾਂ ਸੀਗੀਆਂ, ਉਹਨਾਂ ਨੇ ਮਨਾ ਕਰ ਦਿੱਤਾ। ਚਿਹਰਾ ਜ਼ਰੂਰੀ ਵੀ ਹੈ ਔਰ ਅਜੇ ਤੱਕ ਐਲਾਨਿਆ ਵੀ ਨਹੀਂ ਗਿਆ। ਨੁਕਸਾਨ ਹੋਏਗਾ ਆਪ ਨੂੰ? ਨੁਕਸਾਨ ਤਾਂ ਆਪ ਦਾ ਆਲਰੇਡੀ ਹੋਇਆ ਹੈਗਾ। ਆਪ ਨੂੰ ਅਗਰ ਕੋਈ ਵੀ ਵੋਟ ਪੈਣਗੇ ਤੇ ਮਜਬੂਰੀ 'ਚ ਹੀ ਪੈਣਗੇ ਕਿਉਂਕਿ ਉਹਨਾਂ ਨੂੰ ਕੋਈ ਹੋਰ ਆਲਟਰਨੇਟਿਵ ਨਹੀਂ ਦਿਖ ਰਹੇ। ਨਹੀਂ ਤੇ ਆਪ ਦੀ ਜਿਹੜੀ ਇੱਕ ਟਾਈਮ ਦੀ ਪੋਪੂਲੈਰਿਟੀ ਸੀ ਉਹ ਪੰਜਾਬ 'ਚ ਡਿਸਟਰੋਏ ਹੋ ਗਈ ਹੈ, ਉਹ ਸਾਨੂੰ ਸਾਰਿਆਂ ਨੂੰ ਪਤਾ ਹੈਗਾ। ਤੇ ਪੰਜਾਬ 'ਚ ਕੁਛ ਏਰੀਏ ਮਾਲਵੇ ਦੇ ਨੂੰ ਛੱਡ ਕੇ ਅੱਜ ਆਪ ਦੀ ਕੋਈ ਪੋਸੀਬਿਲਿਟੀਜ਼ ਲਾਈਵ ਨਹੀਂ ਹੈਗੀਆਂ ਨੇ। ਇਹ ਅਗਰ ਕਾਂਗਰਸ ਦੀ ਲੜਾਈ ਚੱਲਦੀ ਰਹੀ, ਹੋ ਸਕਦਾ ਥੋੜ੍ਹੇ ਬਹੁਤਾ ਗੇਨ ਕਰ ਲੈਣ, ਪਰ ਆਪ ਆਪਣੇ ਆਪ ਹੁਣ ਉਹ ਫੋਰਸ ਨਹੀਂ ਹੈਗੀ ਹੈ ਜਿਹੜੀ 5 ਸਾਲ ਪਹਿਲਾਂ ਸੀਗੀ ਆ। ਤੇ ਕੀ ਦੇਖਦੇ ਹੋ ਕਿ ਲੋਕਾਂ ਦੇ ਕੋਲ ਵਿਕਲਪ ਕੀ ਬਚੇਗਾ? ਲੋਕ ਕੀ ਕਰਨਗੇ 2022 ਦੇ ਵਿੱਚ? ਕੀ ਲੱਗਦਾ ਕਿ ਕਿਸੇ ਦੀ ਸਰਕਾਰ ਬਣ ਪਾਊਗੀ ਜਾਂ ਫਿਰ ਇਹ ਇੱਕ ਹੰਗ ਅਸੈਂਬਲੀ ਹੀ ਬਣਦੀ ਹੋ ਨਜ਼ਰ ਆਊ? ਨਹੀਂ, ਇਹ ਤਾਂ ਪੰਜਾਬ ਦੀ ਟ੍ਰੈਜੇਡੀ ਲੱਗਦੀ ਹੈਗੀ ਹੈ ਕਿ ਅਗਰ ਹੰਗ ਅਸੈਂਬਲੀ ਵੀ ਬਣ ਗਈ ਤੇ ਲੋਕ ਤੇ ਉਹੀ ਹੈਗੇ, ਇੱਕ ਮਾੜੇ ਲੀਡਰ ਦੀ ਥਾਂ 2 ਮਾੜੇ ਲੀਡਰ ਅਲਾਇੰਸ ਚਲਾਉਣਗੇ। ਤੇ ਟ੍ਰੈਜੇਡੀ ਤਾਂ ਪੰਜਾਬ ਦੀ ਇਹੀ ਹੈਗੀ ਹੈ ਨਾ ਕਿ ਇਹ ਅਗਰ ਕਿਸੇ ਨੂੰ ਸਿੰਗਲ ਮੈਜੋਰਿਟੀ ਨਹੀਂ ਮਿਲੀ ਤੇ ਅਗਰ ਇਹ ਅਲਾਇੰਸ ਵੀ ਫਾਰਮ ਕਰ ਲੈਣਗੇ, ਨੁਕਸਾਨ ਤਾਂ ਪੰਜਾਬ ਦਾ ਹੀ ਹੋਣਾ ਹੈਗਾ। ਜਿੱਥੇ ਕੋਈ ਲੀਡਰਸ਼ਿਪ ਹੀ ਨਹੀਂ ਦਿਖ ਰਹੀ ਹੈ ਪੰਜਾਬ ਨੂੰ ਜਿਹੜੀ ਸਟੇਟ ਨੂੰ ਅੱਗੇ ਲੈ ਜਾਏ, ਤੇ ਫਿਰ ਲੋਕ ਕੀ ਕਰ ਸਕਦੇ? ਕਿਤੇ ਨਾ ਕਿਤੇ ਇਹ ਟ੍ਰੈਜੇਡੀ ਇੱਕ ਪੋਲੀਟੀਕਲ ਸਿਸਟਮ ਦਾ ਇੰਡਾਈਟਮੈਂਟ ਹੈਗਾ। ਕਿਸਾਨੀ ਹਾਲਾਂਕਿ ਅੰਦੋਲਨ ਜਿਸ ਤਰੀਕੇ ਨਾਲ ਚੱਲ ਰਿਹਾ ਹੈ, ਇਹ ਵੀ ਕਿਹਾ ਜਾ ਰਿਹਾ ਕਿ ਇਸ ਵਾਰ 2022 ਵੀ ਜਿਹੜਾ ਹੈਗਾ ਕਿਸਾਨੀ ਅੰਦੋਲਨ ਨੇ ਤੈਅ ਕਰਨਾ ਹੈਗਾ, ਕਿਸਾਨ ਕਿਸ ਦੇ ਵੱਲ ਨੂੰ ਝੁਕਦੇ ਨੇ, ਕੀ ਹੁੰਦਾ ਹੈ। ਔਰ ਥੋੜ੍ਹੇ ਦਿਨ ਪਹਿਲਾਂ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਗੰਨਾ ਕਿਸਾਨਾਂ ਦੀਆਂ ਮੰਗਾਂ ਮੰਨੀਆਂ, ਮੂੰਹ ਮਿੱਠੇ ਕਰਾਏ, ਬਰਫੀਆਂ ਦੀਆਂ ਫੋਟੋਆਂ ਆਈਆਂ, ਉਹ ਇੱਦਾਂ ਲੱਗਿਆ ਕਿ ਇੱਕ ਝੁਕਾਅ ਕੈਪਟਨ ਵੱਲ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਵੀ ਕੁਛ ਨਾ ਕੁਛ ਦਾ ਪੇ ਜਿਹੜਾ ਹੈਗਾ ਉਹ ਅੱਗੇ ਆ ਕੇ ਖੇਡ ਸਕਦੇ ਨੇ ਜੇ ਦਿੱਲੀ ਤੋਂ ਕੋਈ ਉਹਨਾਂ ਨੂੰ ਇਸ਼ਾਰਾ ਨੈਗੇਟਿਵ ਮਿਲਦਾ ਹੈਗਾ। ਔਰ ਕਿਸਾਨਾਂ ਦਾ ਤੁਹਾਨੂੰ ਕੀ ਰੋਲ ਨਜ਼ਰ ਆਉਂਦਾ 22 ਦੇ ਵਿੱਚ? ਕਿਸਾਨ ਪੋਲੀਟਿਕਸ ਦੇ ਵਿੱਚ ਉਤਰਦੇ ਹੋਏ ਨਜ਼ਰ ਆ ਸਕਦੇ ਨੇ ਤੁਹਾਨੂੰ, ਜਾਂ ਫਿਰ ਉਹ ਕਿਸੇ ਨੂੰ ਸਪੋਰਟ ਕਰਦੇ ਹੋ ਤੁਹਾਨੂੰ? ਦੇਖੋ, ਮੈਨੂੰ ਨਹੀਂ ਲੱਗਦਾ, ਕਿਉਂਕਿ ਪੰਜਾਬ ਇਹਨਾਂ ਨੇ ਖੁਦ ਵੀ ਕਲੀਅਰ ਕੀਤਾ ਅਸੀਂ ਪੋਲੀਟੀਕਲ ਰੋਲ ਨਹੀਂ ਅਦਾ ਕਰਨਾ ਹੈਗਾ, ਕਿ ਕਿਸਾਨ ਵੀ ਵਾਪਸ ਆਪਣੇ ਆਪਣੇ ਪਿੰਡਾਂ 'ਚ ਜਾ ਕੇ ਆਪਣੇ ਆਪਣੇ ਇਲਾਕੇ 'ਚ, ਹਲਕੇ 'ਚ, ਮਾਲਵੇ ਮਾਝੇ 'ਚ, ਦੁਆਬੇ 'ਚ ਜਾ ਕੇ ਸਾਰਿਆਂ ਨੇ ਡਿਸੀਜਨ ਵੱਖ-ਵੱਖ ਰੀਜ਼ਨਾਂ ਨਾਲ ਲੈਣੀਆਂ ਹੈਗੀਆਂ। ਲੋਕਲ ਫੈਕਟਰਸ ਐਮਐਲਏ ਇਲੈਕਸ਼ਨ 'ਚ ਇੰਪੋਰਟੈਂਟ ਹੋ ਜਾਂਦੇ ਹੈਗੇ। ਕਿਹਾ ਜਾਂਦਾ ਕਿ ਪਿੰਡਾਂ ਦੇ ਵਿੱਚ ਜਾ ਕੇ ਤਾਂ ਫਿਰ ਉਹ ਕਿਸਾਨ ਵੀ ਵੰਡ ਜਾਂਦੇ ਨੇ, ਅਕਾਲੀ ਦੇ ਵਿੱਚ ਵੰਡੇ ਜਾਂਦੇ ਨੇ, ਕਾਂਗਰਸੀ ਵੰਡੇ ਜਾਂਦੇ ਨੇ, ਆਮ ਆਦਮੀ ਪਾਰਟੀ 'ਚ ਵੰਡੇ ਜਾਂਦੇ ਨੇ। ਮੈਨੂੰ ਤੇ ਉਹੀ ਲੱਗਦਾ ਹੈਗਾ ਕਿ ਅਨਲੈਸ ਕੋਈ ਬਹੁਤ ਸਟਰੋਂਗ ਰੀਜ਼ਨ ਹੋਏ ਕਿ ਕਿਸਾਨ ਐਜ਼ ਕਿਸਾਨ ਇਸ ਇਲੈਕਸ਼ਨ 'ਚ ਵੋਟ ਨਹੀਂ ਪਾਉਣਗੇ, ਸਾਡੀ ਜਿਹੜੀ ਵੀ ਐਕਸਪੈਕਟੇਸ਼ਨ ਹੋਏ, ਉਹ ਮੋਬਿਲਾਈਜ਼ਡ ਹੈਗੇ ਆ ਕਿਸਾਨ ਮੋਰਚੇ ਨਾਲ। ਪਰ ਮੈਨੂੰ ਨਹੀਂ ਲੱਗਦਾ ਕਿ ਇਲੈਕਸ਼ਨ 'ਚੋਂ ਇੱਕ ਪਾਸੇ ਜਾਣਗੇ, ਕਿਉਂਕਿ ਕਿਹੜਾ ਇੱਕ ਲੀਡਰ ਹੈਗਾ ਜਿਹਨੂੰ ਕਿਸਾਨਾਂ ਨੂੰ ਲੱਗਦਾ ਹੈਗਾ ਕਿ ਇਹ ਸਾਡੀ ਗੱਲ ਕਰ ਸਕਦਾ ਹੈ ਜਾਂ ਕਰੂਗਾ, ਤੇ ਮੈਨੂੰ ਤਾਂ ਲੱਗਦਾ ਵੰਡੇ ਜਾਣਗੇ। ਬੀਜੇਪੀ ਦੀ ਜਿਸ ਤਰੀਕੇ ਦੇ ਨਾਲ ਹਮੇਸ਼ਾ ਆਈਡੀਓਲੋਜੀ ਰਹੀ ਹੈ ਚੋਣਾਂ ਦੇ ਵੇਲੇ ਪੋਲਰਾਈਜੇਸ਼ਨ ਕਰਵਾਉਣ ਦੀ, ਔਰ ਇਸ ਵੇਲੇ ਇਹ ਵੀ ਇੱਕ ਕਿਤੇ ਨਾ ਕਿਤੇ ਡਰ ਹੈਗਾ ਕਿ ਕੋਈ ਵੱਡਾ ਜਿਹੜਾ ਹੈਗਾ ਇੱਥੇ ਪੰਜਾਬ ਦੇ ਵਿੱਚ ਵੀ ਕੋਈ ਇਸ਼ੂ ਨਾ ਖੜਾ ਹੋ ਜਾਵੇ, ਹਿੰਦੂ ਲੀਡਰਸ ਦੇ ਕੋਈ ਕਤਲ ਦੀ ਗੱਲ ਜਿਹੜੀ ਹੈਗੀ ਆ ਉਹ ਆ ਜਾਂਦੀ ਹੈਗੀ ਹੈ। ਤਾਂ ਇਸ ਦੇ ਉੱਤੇ ਤੁਹਾਨੂੰ ਕੀ ਲੱਗਦਾ ਕਿ ਬੀਜੇਪੀ ਪਾਈ ਤੋਂ ਪਹਿਲਾਂ ਕੁਝ ਪੰਜਾਬ ਵੱਲ ਸੋਚੂਗੀ, ਜਾਂ ਫਿਰ ਉਹ ਪੰਜਾਬ ਨੂੰ ਤਾਂ ਧਿਆਨ ਦੇ ਵਿੱਚ ਕੱਢੀ ਬੈਠੀ ਹੋਈ ਹੈ, ਯੂਪੀ ਦੇ ਵੱਲ ਫੋਕਸ ਹੈਗਾ? ਕਰ ਵੀ ਲੈ, ਮੈਨੂੰ ਲੱਗਦਾ ਉਹਨਾਂ ਦਾ ਫੋਕਸ ਯੂਪੀ 'ਚ, ਪੰਜਾਬ 'ਚ ਪੋਲਰਾਈਜ਼ ਕਰ ਵੀ ਲੈ, ਤੇ ਉਹ ਡਿਫਾਲਟ 'ਚ ਫਾਇਦਾ ਤੇ ਕਾਂਗਰਸ ਨੂੰ ਹੋਣਾ ਨਾ ਪੰਜਾਬ ਦੇ। ਬਾਕੀ ਇੰਡੀਆ ਵਰਗਾ ਤਾਂ ਹੈ ਨਹੀਂ ਹੈਗਾ ਕਿ ਅਗਰ ਤੁਸੀਂ ਪੋਲਰਾਈਜ਼ ਕੀਤਾ ਵੋਟ ਤੁਹਾਨੂੰ ਆਉਣਗੇ। ਮੈਨੂੰ ਲੱਗਦਾ ਹੈਗਾ ਕਿ ਇੱਥੇ ਅਗਰ ਪੋਲਰਾਈਜੇਸ਼ਨ ਦੀ ਕੋਸ਼ਿਸ਼ ਕੀਤੀ, ਇਹੀ ਹੋਊਗਾ ਕਿ ਲੋਕ, ਕਿਉਂਕਿ ਵੋਟ ਉੱਧਰ ਹੀ ਪਾਉਂਦਾ ਹੈਗਾ ਜਿੱਥੇ ਵਿਨਿੰਗ ਦੀ ਪੋਸੀਬਿਲਿਟੀ ਹੁੰਦੀ ਹੈ। ਅੱਜ ਬੀਜੇਪੀ ਦੇ ਵੋਟਰ ਨੂੰ ਵੀ ਪਤਾ ਹੈਗਾ ਕਿ ਬੀਜੇਪੀ ਇਸ ਸਟੇਟ 'ਚ ਇਨ ਦਾ ਰਨਿੰਗ ਨਹੀਂ ਹੈਗੀ ਹੈ, ਤੇ ਉਹਨਾਂ ਨੂੰ ਅਗਰ ਆਪਣੇ ਤੌਰ ਤਰੀਕੇ ਤੋਂ ਸੋਚ ਕੇ ਵੀ ਵੋਟ ਪਾਉਣਾ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਉਹ ਬੀਜੇਪੀ ਨੂੰ ਜ਼ਿਆਦਾ ਵੋਟ ਪਾਉਣਗੇ। ਚਿਹਰੇ ਦੇ ਉੱਤੇ ਜ਼ਿਆਦਾ ਲੋਕਾਂ ਦੇ ਵੱਲੋਂ ਵਿਸ਼ਵਾਸ ਕੀਤਾ ਗਿਆ ਇੰਸਟੈਡ ਆਫ ਪਾਰਟੀ। ਪੋਸੀਬਿਲਿਟੀਜ਼ ਤੇ ਵੀ ਹੈਗਾ ਨਾ, ਜਿਹੜੀ ਪਾਰਟੀ ਪਾਰ ਦੇ ਪੋਸੀਬਲ ਹੀ ਨਹੀਂ ਹੋਇਆ ਕਿ ਬੀਜੇਪੀ ਨੇ ਇਲੈਕਸ਼ਨ ਦੇ ਬਾਅਦ ਗਵਰਨਮੈਂਟ ਦਾ ਹਿੱਸਾ ਨਹੀਂ ਰਹਿਣਾ ਹੈ, ਜੋ ਮਰਜ਼ੀ ਹੋ ਜਾਏ, ਤੇ ਫਿਰ ਤੁਸੀਂ ਇਹੋ ਜਿਹੀ ਪਾਰਟੀ ਨੂੰ ਕਿਉਂ ਸਪੋਰਟ ਕਰੋਗੇ? ਬੇਸਿਕਲੀ ਬਹੁਤ ਬਹੁਤ ਧੰਨਵਾਦ ਹਰਤੋਸ਼ ਜੀ। ਤਾਂ ਹਰਤੋਸ਼ ਬਲਵਨੀ ਪੋਲੀਟਿਕਸ ਦੇ ਉੱਤੇ ਵੱਡੀ ਨਜ਼ਰ ਰੱਖਦੇ ਨੇ, ਪਕੜ ਬਹੁਤ ਵੱਡੀ ਹੈ, ਔਰ ਉਸ ਦੇ ਉੱਤੇ ਗੱਲਬਾਤ ਵੀ ਕੀਤੀ ਕਿ ਪੰਜਾਬ ਦੇ ਹਾਲਾਤਾਂ ਦੇ ਉੱਤੇ ਗੱਲਬਾਤ ਹੋਈ ਕਿ ਕਿਸ ਤਰੀਕੇ ਦੇ ਨਾਲ 22 ਦੇ ਵਿੱਚ ਸਮੀਕਰਨ ਨਜ਼ਰ ਆਉਂਦੇ ਨੇ, ਔਰ
ਆਸ ਕਰਦੇ ਹਾਂ ਕਿ ਇਸ ਤੋਂ ਬਾਅਦ ਹੁਣ ਜਿਹੜੀਆਂ ਆਉਣ ਵਾਲੀਆਂ ਤਸਵੀਰਾਂ ਹੋਣਗੀਆਂ, ਸਮੀਕਰਨ ਹੋਣਗੇ, ਉਹ ਵੀ ਕੁਝ ਬਦਲਦੇ ਹੋਏ ਨਜ਼ਰ ਆਉਣਗੇ ਔਰ ਦੇਖਣ ਵਾਲੀ ਗੱਲ ਹੋਗੀ ਕਿ 22 ਦੇ ਵਿੱਚ ਸੱਤਾ ਦੇ ਵਿੱਚ ਕਿਹੜੀ ਸਰਕਾਰ ਆਉਂਦੀ ਹੈ। ਕੈਮਰਾਮੈਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।